ਤੇ ਅਜੇ ਤੱਕ ਐਮਐਸਪੀ ਤੇ ਕਮੇਟੀ ਨਹੀਂ ਬਣੀ। ਕਈ ਕਿਸਾਨਾਂ ਦਾ ਇਹ ਚੀਜ਼ ਦਾ ਦਾਅਵਾ ਸੀਗਾ ਕਿ ਅਜੇ ਐਮਐਸਪੀ ਤੇ ਕਮੇਟੀ ਬਣੀ ਨਹੀਂ ਆ। ਤੇ ਇਲੈਕਸ਼ਨ ਬਾਰੇ ਕਿੱਦਾਂ ਸੋਚ ਲਿਆ ਕਿ ਬਹੁਤ ਸਾਰੇ ਸਵਾਲ ਸੀਗੇ ਤੇ ਉਠਾਏ ਵੀ ਗਏ ਸੀਗੇ ਤੁਹਾਡੇ ਤੇ ਕਿ ਇਹ ਚੀਜ਼ ਇਲੈਕਸ਼ਨ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ, ਇਲੈਕਸ਼ਨ ਦਾ ਬਾਈਕਾਟ ਕਰਨਾ ਚਾਹੀਦਾ। ਹਾਲੇ ਬਹੁਤ ਸਾਰੀ ਜਥੇਬੰਦੀਆਂ ਨੇ ਬਾਈਕਾਟ ਵੀ ਕੀਤਾ ਹੈ। ਤੇ ਤੁਹਾਡੀ ਪਾਰਟੀ ਵੱਲੋਂ ਜਿਹੜੀ ਇਲੈਕਸ਼ਨ ਲੜੀ ਗਈ ਸੀਗੀ ਉਹ ਮਕਸਦ ਕੀ ਸੀਗਾ? ਜਦੋਂ ਕਿ ਆਮ ਜਨਤਾ ਦਾ ਵਰਗ 'ਚ ਇੱਕ ਬਿਆਨ ਸੀਗਾ ਕਿ ਇਹ ਇਲੈਕਸ਼ਨ ਨਹੀਂ ਲੜਨੀ ਚਾਹੀਦੀ। ਮੋਰਚੇ 'ਚ ਬੈਠੇ ਸੀ, ਉੱਥੇ ਬੜੀਆਂ ਗੱਲਾਂ ਇਦਾਂ ਦੀਆਂ ਆਉਂਦੀਆਂ ਸੀ ਵੀ ਆਪਾਂ ਨਾ ਤੇ ਅਕਾਲੀ ਦਲ ਨੂੰ ਵੋਟ ਪਾਣੀ ਔਰ ਨਾ ਹੀ ਕਾਂਗਰਸ ਨੂੰ ਵੋਟ ਪਾਣੀ, ਕਿਉਂਕਿ ਅੱਜ ਇਹਨਾਂ ਲੀਡਰਾਂ ਦੇ ਗਲਤ ਫੈਸਲਿਆਂ ਕਰਕੇ ਅਸੀਂ ਸੜਕਾਂ ਤੇ ਬੈਠੇ ਹਾਂ। ਔਰ ਫਿਰ ਉਦੋਂ ਧਿਆਨ ਆਉਂਦਾ ਸੀ ਵੀ ਹੁਣ ਵੋਟ ਪਾਣੀ ਆ ਤੇ ਪਾਣੀ ਕਿਹਨੂੰ ਆ, ਬਦਲਾ ਲੈ ਕੇ ਆਉਣਾ। ਕਿਉਂਕਿ ਜੇ ਅਸੀਂ ਮੋਰਚਾ ਲੜ ਸਕਦੇ ਹਾਂ, ਅਗਵਾਈ ਕਰ ਸਕਦੇ ਹਾਂ, ਸਰਕਾਰ ਇੰਨੀਆਂ ਵੱਡੀਆਂ ਏਜੰਸੀਆਂ, ਇੰਨੀਆਂ ਉਹਨਾਂ ਕੋਲ ਫੋਰਸਿਸ, ਉਹ ਮੋਰਚੇ ਨੂੰ ਤੋੜ ਨਹੀਂ ਸਕੀਆਂ। ਅਸੀਂ ਇੱਕ ਡਿਸਪਲਿਨ ਦੇ ਵਿੱਚ ਜੋਸ਼ ਦੇ ਨਾਲ ਏਕੇ ਦੇ ਨਾਲ ਬੈਠੇ ਹਾਂ। ਜੇ ਅਸੀਂ ਇਸੇ ਏਕੇ 'ਚ ਰਹਿ ਕੇ ਜਾ ਕੇ ਪੰਜਾਬ ਇਲੈਕਸ਼ਨ ਲੜੀਏ ਤੇ ਅਸੀਂ ਫਿਰ ਕਿਉਂ ਨਾ ਉਸ ਕਲਮ ਨੂੰ ਆਪਣੇ ਹੱਥ ਵਿੱਚ ਲੈ ਕੇ ਆਈਏ ਜਿੱਥੇ ਇਹ ਕਾਨੂੰਨ ਇਦਾਂ ਦੇ ਬਣਦੇ ਆ, ਲੋਕ ਮਾਰੂ ਨੀਤੀਆਂ ਬਣਦੀਆਂ ਨੇ, ਜਿਹੜੇ ਇਹ ਇਦਾਂ ਦੇ ਰੂਲ ਪਾਸ ਕਰਦੇ ਆ। ਤੇ ਸਾਡੇ ਵਿੱਚ ਉਹ ਸਿਆਣਪ ਵੀ ਹੈਗੀ ਆ, ਸਾਡੇ 'ਚੋਂ ਆਗੂ ਵੀ ਹੈਗੇ ਨੇ, ਨੌਜਵਾਨਾਂ ਦੇ ਵਿੱਚ ਇੰਨੇ ਕੁ ਪੜ੍ਹ ਲਿਖ ਗਏ ਨੇ, ਇੰਨੇ ਕੁ ਕਾਬਿਲ ਹੈਗੇ ਨੇ ਵੀ ਉਹ ਆਪਣੀ ਸਟੇਟ ਦੀ ਸਰਕਾਰ ਨੂੰ ਚਲਾ ਸਕਦੇ ਆ। ਫਿਰ ਇਹ ਫੈਸਲਾ ਲੈ ਗਿਆ ਸੀ ਵੀ ਹਾਂ ਅਸੀਂ ਆਪਣੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਜਾ ਕੇ ਪਾਰਟਿਸਿਪੇਟ ਕਰਾਂਗੇ। ਤੇ ਬਹੁਤ ਸਾਰੀਆਂ ਜਥੇਬੰਦੀਆਂ ਲਈ ਇਹ ਵੀ ਗੱਲ ਕਹੀ ਗਈ ਸੀ ਕਿ ਹੁਣ ਇਹ ਜ਼ਮਾਨਤ ਜ਼ਬਤ ਕਰਕੇ ਬੈਠ ਗਏ ਆ, ਜੇ ਇਲੈਕਸ਼ਨ ਨਾ ਹੀ ਲੜਦੇ ਤੇ ਇੱਕ ਚਿੰਤਾ ਦਾ ਵਿਸ਼ਾ ਵੀ ਬਣਿਆ ਸੀਗਾ ਕਿ ਬਹੁਤਿਆਂ ਦੀ ਤੇ ਜ਼ਮਾਨਤਾਂ ਜ਼ਬਤ ਹੋਣੀਆਂ। ਇਹ ਬਹੁਤ ਸਾਰੇ ਜਥੇਬੰਦੀਆਂ ਦੇ ਬਿਆਨ ਵੀ ਸੀਗੇ ਕਿ ਇਹ ਇਲੈਕਸ਼ਨ ਨਾ ਲੜਦੀਆਂ ਤੇ ਕਿਤੇ ਨਾ ਕਿਤੇ ਸਾਡਾ ਏਕਾ ਵੀ ਬਣਿਆ ਰਹਿੰਦਾ ਤੇ ਆਪਦੀ ਇਮੇਜ ਸਾਡੀ ਖਰਾਬ ਨਾ ਹੁੰਦੀ, ਜਿਹੜੀ ਅੱਜ ਕਿਸਾਨਾਂ ਵੱਲੋਂ ਜਿਹੜੀ ਇਮੇਜ ਖਰਾਬ ਹੋ ਚੁੱਕੀ ਆ। ਉਹ ਸਾਡੇ ਨਾਲ ਜੁੜੇ ਨੇ ਇੰਦਰਪਾਲ ਸਿੰਘ ਬੈਂਸ ਜੀ, ਜਿਹੜੀ ਪਿਛਲੇ ਦਿਨਾਂ ਇਹਨਾਂ ਨੇ ਕਿਸਾਨੀ ਅੰਦੋਲਨ ਦਾ ਵੀ ਬੜਾ ਵੱਡਾ ਚਿਹਰਾ ਰਿਹਾ ਆ ਤੇ ਪਿਛਲੇ ਦਿਨਾਂ ਇਹਨਾਂ ਨੇ ਇਲੈਕਸ਼ਨ ਵੀ ਲੜੀ ਆ। ਤੇ ਪੁੱਛ ਲੈਂਦੇ ਆ ਬਾਈ ਜੀ ਉਹਨਾਂ ਕੋਲ ਸਾਰੀ ਗੱਲਬਾਤ। ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਔਰ ਆਪ ਜੀ ਦਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ, ਜਿਨ੍ਹਾਂ ਨੇ ਮੌਕਾ ਦਿੱਤਾ ਹੈ ਮੈਨੂੰ ਤੁਹਾਡੇ ਚੈਨਲ ਉੱਪਰ ਆਉਣ ਦਾ। ਹੁਣ ਮੇਰਾ ਨਾਮ ਇੰਦਰਪਾਲ ਸਿੰਘ ਬੈਂਸ, ਔਰ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਤੇ ਉਹ ਇਲੈਕਸ਼ਨ ਲੜੀ ਹੈ ਗੁਰਦਾਸਪੁਰ ਤੋਂ ਵੀ। ਤੇ ਪਰ ਉਸ ਤੋਂ ਪਹਿਲਾਂ ਜੇ ਆਪਾਂ ਜਾਈਏ ਜਿੱਥੋਂ ਸੰਘਰਸ਼ ਦਾ ਸਫ਼ਰ ਸ਼ੁਰੂ ਹੁੰਦਾ ਆ, ਤੇ ਜਦੋਂ ਤੋਂ ਇਹ ਕਾਲੇ ਕਾਨੂੰਨ ਪਾਸ ਹੋਏ ਸੀਗੇ ਉਦੋਂ ਤੋਂ ਹੀ ਅਸੀਂ ਵੀ ਇਹਨਾਂ ਬਾਰੇ ਸਟੱਡੀ ਕੀਤੀ। ਪਰ ਇਸ ਤੋਂ ਪਹਿਲਾਂ ਕਿਤੇ 1% ਵੀ ਐਕਸਪੀਰੀਅੰਸ ਨਹੀਂ ਸੀ ਕਿਸੇ ਵੀ ਸੰਘਰਸ਼ ਦਾ, ਵੀ ਸੰਘਰਸ਼ ਲੜੇ ਕਿੱਦਾਂ ਜਾਂਦੇ ਨੇ ਜਾਂ ਕਿਸ ਤਰ੍ਹਾਂ ਇਹਦੀ ਵਿਉਂਤਬੰਦੀ ਕੀਤੀ ਜਾਂਦੀ ਆ, ਕੀ ਰੋਡ ਮੈਪ ਤਿਆਰ ਕੀਤੇ ਜਾਂਦੇ ਨੇ। ਸੋ ਆਪਣੇ ਸੀਨੀਅਰ ਆਗੂਆਂ ਵੱਲੋਂ ਹੀ ਦੇਖਿਆ, ਉਹਨਾਂ ਕੋਲ ਸਟੱਡੀ ਕੀਤੀ, ਉਹਨਾਂ ਦੇ ਨਾਲ ਲਾਗੇ ਬੈਠੇ, ਸੰਘਰਸ਼ ਦੇ ਵਿੱਚ ਉਤਰੇ ਔਰ ਇੰਨਾ ਕੁ ਪਿਆਰ ਦਿੱਤਾ, ਇੰਨਾ ਕੁ ਸਾਥ ਦਿੱਤਾ ਸਾਡੇ ਯੂਥ ਨੇ, ਸਾਡੇ ਗੁਰਦਾਸਪੁਰ ਦੇ ਲੋਕਾਂ ਨੇ, ਔਰ ਹਰ ਗੱਲ ਦੇ ਉੱਤੇ ਹੌਸਲਾ ਅਫਜ਼ਾਈ ਕੀਤੀ ਤੇ ਇੱਕ ਅਗਵਾਈ ਕਰਨ ਦਾ ਮੌਕਾ ਮਿਲ ਗਿਆ, ਕਹਿ ਸਕਦੇ ਹਾਂ ਕਿ ਆਪਣੇ ਗੁਰਦਾਸਪੁਰ ਤੋਂ। ਤੇ ਵੱਖ-ਵੱਖ ਮੂਵਮੈਂਟਸ ਦੇ ਵਿੱਚ ਜਿੱਦਾਂ ਵੀ ਕੋਈ ਮੋਰਚੇ ਵੱਲੋਂ ਐਲਾਨ ਕੀਤੇ ਜਾਣੇ, ਕੋਈ ਕਾਲ ਦਿੱਤੀ ਜਾਣੀ ਪ੍ਰੋਟੈਸਟ ਦੀ, ਉਹਨੂੰ ਅੱਗੇ ਹੋ ਕੇ ਸਿਰੇ ਚਾੜਨਾ, ਉਹਨੂੰ ਡਿਸਿਪਲਿਨ ਦੇ ਵਿੱਚ ਰਹਿ ਕੇ ਆਪਣੇ ਯੂਥ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਦੱਸਣਾ ਵੀ ਕਿਸ ਤਰ੍ਹਾਂ ਆਪਾਂ ਹਰ ਗੱਲ ਨੂੰ ਡਿਸਿਪਲਿਨ 'ਚ ਰਹਿ ਕੇ ਆਪਣੀ ਸਰਕਾਰ ਅੱਗੇ ਗੱਲ ਰੱਖਣੀ ਆ, ਰੋਸ ਵੀ ਕਰਨਾ ਆ, ਆਪਣੇ ਹੱਕ ਵੀ ਮੰਗਣੇ ਨੇ, ਉਹਦੇ ਵਾਸਤੇ ਲੜਾਈ ਵੀ ਲੜਨੀ ਆ। ਤੇ ਬੈਂਸ ਸਾਹਿਬ, ਜਦੋਂ ਤੁਸੀਂ ਫਿਰ ਮੋਰਚੇ ਦੇ ਵਿੱਚ ਜਦੋਂ ਤੁਸੀਂ ਸ਼ਮੂਲੀਅਤ ਉੱਥੇ ਕੀਤੀ ਆ, ਹੈ ਨਾ, ਫਿਰ ਉਸ ਤੋਂ ਬਾਅਦ ਦੇ ਤੁਹਾਡੇ ਕੀ ਆਪਣੇ ਐਕਸਪੀਰੀਅੰਸ ਰਿਹਾ ਤੁਹਾਡਾ ਉੱਥੇ ਦਾ ਜਿਹੜਾ ਸਿੰਘੂ ਬਾਰਡਰ ਦਾ ਪੂਰਾ ਸੀ? ਜੀ ਜਦੋਂ ਆਪਾਂ ਮੋਰਚੇ ਦੇ ਵਿੱਚ ਗਏ ਆ ਔਰ ਉੱਥੇ ਜਾ ਕੇ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਸੰਗਤ ਦੇ ਰਹਿਣ ਵਾਸਤੇ ਕਾਫੀ ਜ਼ਿਆਦਾ ਪ੍ਰੋਬਲਮ ਆ। ਤੇ ਫਿਰ ਆਪਣੇ ਜਿਹੜਾ ਸਾਡਾ ਕਾਰੋਬਾਰ ਆ ਉਹਦੇ ਨਾਲ ਹੀ ਸੰਬੰਧਿਤ ਆਪਾਂ ਕੋਸ਼ਿਸ਼ ਕੀਤੀ ਆਪਣੇ ਇੱਥੇ ਗੁਰਦਾਸਪੁਰ ਵੱਲੋਂ ਕਿ ਕਿਉਂ ਨਾ ਆਪਾਂ ਉੱਥੇ ਟੈਂਟ ਦਾ ਰਹਿਣ ਬਸੇਰਾ ਬਣਾਈਏ। ਔਰ ਆਪਾਂ ਤਕਰੀਬਨ 4 ਦਸੰਬਰ ਨੂੰ ਇੱਥੇ ਸਾਰੇ ਹੀ ਵੀਰਾਂ ਭਰਾਵਾਂ ਦੇ ਸਹਿਯੋਗ ਦੇ ਨਾਲ ਟੈਂਟ ਅਸੀਂ ਆਪਣਾ ਲੈ ਗਏ, ਗੱਦੇ ਪਰਚੇਸ ਕਰਕੇ ਜੇ ਉਹ ਕਰਕੇ ਘਰ ਰਹਿਣ ਬਸੇਰਾ ਬਣਾਤਾ। ਪਰ ਜਿੱਦਾਂ ਮੋਰਚਾ ਲੰਬਾ ਹੁੰਦਾ ਗਿਆ ਹੌਲੀ ਹੌਲੀ ਫਿਰ ਉਹ ਪੱਕਾ ਰਹਿਣ ਬਸੇਰਾ ਬਣ ਗਿਆ, ਉੱਥੇ ਸ਼ੈੱਡ ਪਾ ਦਿੱਤੀ ਗਈ, ਸਾਰੇ ਹੀ ਭਰਾਵਾਂ ਨੇ ਇੰਨਾ ਕੁ ਸਹਿਯੋਗ ਦਿੱਤਾ। ਔਰ ਐਕਸਪੀਰੀਅੰਸ ਉੱਥੋਂ ਦਾ ਇਹ ਰਿਹਾ ਕਿ ਹੁਣ ਅੱਗੇ ਕਿੰਨਾ ਵੀ ਵੱਡਾ ਕੋਈ ਮੋਰਚਾ ਆ ਜੇ ਅਸੀਂ ਉਹਨੂੰ ਸਾਂਭ ਸਕਦੇ ਹਾਂ, ਅਗਵਾਈ ਕਰ ਸਕਦੇ ਹਾਂ, ਕਿਉਂਕਿ ਜਿੰਨੇ ਵੀ ਸਾਡੇ ਉੱਥੇ ਸਤਿਕਾਰਯੋਗ ਆਗੂ ਨੇ, ਚਾਹੇ ਉਹ ਹਰਿਆਣੇ ਦੇ ਹੋਣ, ਚਾਹੇ ਉਹ ਪੰਜਾਬ ਦੇ ਹੋਣ, ਉਹਨਾਂ ਦੀ ਨਾਲ
ਬੈਠਣਾ, ਉਹਨਾਂ ਨਾਲ ਗੱਲਾਂ ਕਰਨੀਆਂ, ਮੋਰਚੇ ਦੇ ਬਾਰੇ ਉਹਨਾਂ ਦੇ ਨਾਲ ਬਹਿ ਕੇ ਸਲਾਹ ਕਰਨੀ। ਉਹਨਾਂ ਦੇ ਸਾਨੂੰ ਸਿਖਾਇਆ ਵੀ ਆਪਾਂ ਇਸ ਕਦਮ ਨੂੰ ਇਦਾਂ ਪੁੱਟ ਕੇ ਇਹਦਾ ਨੁਕਸਾਨ ਹੋ ਸਕਦਾ, ਇਹਦਾ ਫਾਇਦਾ ਹੋ ਸਕਦਾ, ਅਤੇ ਕਿੱਦਾਂ ਆਪਾਂ ਹਰ ਗੱਲ ਨੂੰ ਸਿਰੇ ਚਾੜਨਾ ਔਰ ਹਰੇਕ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਡਾ ਰਿਜ਼ਲਟ ਵੱਧ ਤੋਂ ਵੱਧ ਆਵੇ, ਨੁਕਸਾਨ ਘੱਟ ਹੋਵੇ। ਤੇ ਆਪਣੇ ਜਦੋਂ ਕਿਸਾਨੀ ਅੰਦੋਲਨ ਦਾ ਪੂਰਾ ਮਤਲਬ ਕਿ ਮਾਹੌਲ ਭਖਿਆ ਸੀਗਾ ਹੈ ਨਾ, 3 ਕਾਲੇ ਕਾਨੂੰਨ ਜਿਹੜੇ ਥੋਪੇ ਸੀਗੇ ਸਰਕਾਰ, ਕੇਂਦਰ ਸਰਕਾਰ ਨੇ, ਹਨ, ਉਹਦੀ ਹਰ ਇੱਕ ਹਮਾਇਤ ਕਰਨ ਲੱਗ ਪਿਆ ਸੀਗਾ ਮੋਰਚੇ ਦੀ, ਕਿ ਆਪਾਂ ਮੋਰਚੇ ਦੇ ਜਾਣ ਵਾਲੇ ਚਾਹਵਾਨ ਹੋ ਗਏ ਸੀਗੇ। ਹਾਲਾਂਕਿ ਆਪਾਂ ਵੀ ਉੱਥੇ ਵਿਜ਼ਿਟ ਕੀਤਾ ਸੀਗਾ ਮੋਰਚੇ ਦੇ ਉੱਤੇ, ਅਤੇ ਉਸ ਮੋਰਚੇ ਨੂੰ ਜਿਹੜੀ ਇੰਨੀ ਸਟਰੈਂਥ ਸੀਗੀ ਉੱਥੇ ਮੋਰਚੇ ਦੀ, ਹੈ ਨਾ, ਬਹੁਤ ਸਾਰੇ ਐਕਟਰ ਵੀ ਉੱਥੇ ਜਾ ਕੇ ਵਿਜ਼ਿਟ ਕੀਤਾ, ਸਾਰਿਆਂ ਨੇ ਉੱਥੇ ਹਰ ਇੱਕ ਬੰਦੇ ਨੇ ਆਪਣਾ ਯੋਗਦਾਨ ਦਿੱਤਾ ਹੈ ਨਾ। ਫਿਰ ਜਦੋਂ ਇਲੈਕਸ਼ਨ ਦੀ ਗੱਲ ਆਈ ਆ, ਇਲੈਕਸ਼ਨ ਟਾਈਮ ਦੀ ਗੱਲ ਆਈ ਆ, ਉਹ ਇਲੈਕਸ਼ਨ ਦੇ ਕਰਕੇ ਆਪਣੇ ਬਲਬੀਰ ਸਿੰਘ ਰਾਜੇਵਾਲ ਸਾਹਿਬ ਉਹਨਾਂ ਨੇ ਜਿਹੜਾ ਐਲਾਨ ਕੀਤਾ ਕਿ ਆਪਾਂ ਇਲੈਕਸ਼ਨ ਲੜਨੀ ਆ, ਕੀ ਤੁਸੀਂ ਉਹਨੂੰ ਆਪਣੇ ਸਹੀ ਸਮਝਦੇ ਸੀਗੇ ਕਿ ਜਾਂ ਗਲਤ ਸਮਝਦੇ? ਕਿਉਂਕਿ ਆਮ ਲੋਕ ਜਿਹੜੇ ਸੀਗੇ ਉੱਥੇ ਗਏ, ਦੁਕਾਨਦਾਰ ਹੋ ਗਏ ਜਾਂ ਹੋਰ ਆਮ ਵਰਗ ਜਿਹੜਾ ਲੋਕ ਸੀਗਾ ਉੱਥੇ, ਲੋਕੀ ਸਪੋਰਟ ਕਰਨ ਵਾਸਤੇ ਗਏ ਸੀ ਕਿਸਾਨੀ ਅੰਦੋਲਨ ਨੂੰ, ਕਿ ਉਹਨਾਂ ਨੇ ਆਪਦੀ ਸਟਰੈਂਥ ਘਟਾ ਦਿੱਤੀ ਸੀਗੀ, ਅਤੇ ਇਹਨੂੰ ਕਿਸ ਤਰੀਕੇ ਦਾ ਦੇਖਦੇ ਹੋ? ਜੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਦੇ ਬਾਰੇ ਐਕਸਪਲੇਨ ਕਰਾਂ, ਤੇ ਜਦੋਂ ਮੋਰਚਾ ਇਹ ਚੱਲਿਆ, ਜੇਕਰ ਸਾਨੂੰ ਸ਼ੰਭੂ ਬਾਰਡਰ ਦੇ ਉੱਤੇ ਨਾ ਰੋਕਦੇ, ਉੱਥੇ ਸਾਡੀ ਪੁਲਿਸ ਦੇ ਨਾਲ ਡਾਂਗਾਂ ਸੋਟਾਂ ਨਾ ਚਲਾਉਂਦੇ, ਅਤੇ ਇੰਨਾ ਸਾਡੇ ਵਿੱਚ ਜੋਸ਼ ਨਾ ਆਉਂਦਾ, ਅਸੀਂ ਰੋਕਾਂ ਤੋੜ ਕੇ ਨਾ ਜਾਂਦੇ, ਹੋ ਸਕਦਾ ਮੋਰਚਾ ਇਹਨੇ ਪੀਕ 'ਤੇ ਨਾ ਜਾਂਦਾ। ਔਰ ਜਿਸ ਤਰ੍ਹਾਂ ਨੌਜਵਾਨਾਂ ਨੇ ਉੱਥੇ ਬੈਰੀਕੇਡ ਤੋੜੇ, ਜੋਸ਼ ਆਇਆ, ਵੱਡੀ ਗਿਣਤੀ ਦੇ ਵਿੱਚ ਇੱਕ ਵਰਲਡ ਲੈਵਲ ਤੱਕ ਗੱਲਾਂ ਗਈਆਂ ਵੀ ਆਹ ਕੁਛ ਕੀਤਾ ਪ੍ਰਸ਼ਾਸਨ ਨੇ, ਅੱਗੇ ਕਿੱਦਾਂ ਕਿਸਾਨਾਂ ਨੇ ਉਹਦਾ ਟਾਕਰਾ ਕੀਤਾ। ਉਸ ਤੋਂ ਬਾਅਦ ਜਦੋਂ ਉੱਥੇ ਜਾ ਕੇ ਬੈਠੇ ਆ, 26 ਜਨਵਰੀ ਦੀ ਕਾਲ ਆਈ, ਨੌਜਵਾਨਾਂ ਨੇ ਆਪਣਾ ਵੱਡਾ ਰੋਲ ਪਲੇ ਕੀਤਾ, ਉਹਨਾਂ ਨੇ ਜੋਸ਼ ਵਿਖਾਇਆ, ਹਰੇਕ ਕਿਸੇ ਨੂੰ ਜਾਗਰੂਕ ਕਰਕੇ ਵੱਖ-ਵੱਖ ਚੌਂਕਾਂ ਦੇ ਵਿੱਚ ਤਖਤੀਆਂ ਲੈ ਕੇ ਖੜੇ ਵੀ ਇੱਦਾਂ ਆਪਾਂ ਨੂੰ ਹਰੇਕ ਚੀਜ਼ ਨੂੰ, ਹਰੇਕ ਆਮ ਬੰਦੇ ਨੂੰ ਮੋਟੀਵੇਟ ਕੀਤਾ। ਚੰਡੀਗੜ੍ਹ ਸ਼ਹਿਰ ਵਰਗਿਆਂ ਦੇ ਵਿੱਚ ਉੱਥੇ ਮੋਰਚਾ ਪੀਕ ਲੈਵਲ 'ਤੇ ਗਿਆ। ਬਟ ਜਦੋਂ ਅਸੀਂ ਮੋਰਚੇ 'ਚ ਬੈਠੇ ਸੀ, ਉੱਥੇ ਬੜੀਆਂ ਗੱਲਾਂ ਇੱਦਾਂ ਦੀਆਂ ਆਉਂਦੀਆਂ ਸੀ ਵੀ ਆਪਾਂ ਨਾ ਤਾਂ ਅਕਾਲੀ ਦਲ ਨੂੰ ਵੋਟ ਪਾਣੀ ਔਰ ਨਾ ਹੀ ਕਾਂਗਰਸ ਨੂੰ ਵੋਟ ਪਾਣੀ, ਕਿਉਂਕਿ ਅੱਜ ਇਹਨਾਂ ਲੀਡਰਾਂ ਦੇ ਗਲਤ ਫੈਸਲਿਆਂ ਕਰਕੇ ਅਸੀਂ ਸੜਕਾਂ 'ਤੇ ਬੈਠੇ ਹਾਂ। ਔਰ ਫਿਰ ਉਦੋਂ ਧਿਆਨ ਆਉਂਦਾ ਸੀ ਵੀ ਹੁਣ ਵੋਟ ਪਾਣੀ ਆ, ਅਤੇ ਪਾਣੀ ਕਿਹਨੂੰ ਆ, ਬਦਲਾ ਲੈ ਕੇ ਆਉਣਾ। ਕਿਉਂਕਿ ਜੇ ਅਸੀਂ ਮੋਰਚਾ ਲੜ ਸਕਦੇ ਹਾਂ, ਅਗਵਾਈ ਕਰ ਸਕਦੇ ਹਾਂ, ਸਰਕਾਰ ਇੰਨੀਆਂ ਵੱਡੀਆਂ ਏਜੰਸੀਆਂ, ਇੰਨੀਆਂ ਉਹਨਾਂ ਕੋਲ ਫੋਰਸਿਸ, ਉਹ ਮੋਰਚੇ ਨੂੰ ਤੋੜ ਨਹੀਂ ਸਕੀਆਂ। ਅਸੀਂ ਇੱਕ ਡਿਸਿਪਲਿਨ ਦੇ ਵਿੱਚ ਜੋਸ਼ ਦੇ ਨਾਲ, ਏਕੇ ਦੇ ਨਾਲ ਬੈਠੇ ਹਾਂ। ਜੇ ਅਸੀਂ ਇਸੇ ਏਕੇ 'ਚ ਰਹਿ ਕੇ ਜਾ ਕੇ ਪੰਜਾਬ ਇਲੈਕਸ਼ਨ ਲੜੀਏ, ਅਤੇ ਅਸੀਂ ਫਿਰ ਕਿਉਂ ਨਾ ਉਸ ਕਲਮ ਨੂੰ ਆਪਣੇ ਹੱਥ ਵਿੱਚ ਲੈ ਕੇ ਆਈਏ ਜਿੱਥੇ ਇਹ ਕਾਨੂੰਨ ਇੱਦਾਂ ਦੇ ਬਣਦੇ ਆ, ਲੋਕ ਮਾਰੂ ਨੀਤੀਆਂ ਬਣਦੀਆਂ ਨੇ, ਜਿਹੜੇ ਇਹ ਇੱਦਾਂ ਦੇ ਰੂਲ ਪਾਸ ਕਰਦੇ ਆ। ਅਤੇ ਸਾਡੇ ਵਿੱਚ ਉਹ ਸਿਆਣਪ ਵੀ ਹੈਗੀ ਆ, ਸਾਡੇ 'ਚੋਂ ਆਗੂ ਵੀ ਹੈਗੇ ਨੇ, ਨੌਜਵਾਨਾਂ ਦੇ ਵਿੱਚ ਇੰਨੇ ਕੁ ਪੜ੍ਹ ਲਿਖ ਗਏ ਨੇ, ਇੰਨੇ ਕੁ ਕਾਬਿਲ ਹੈਗੇ ਨੇ ਵੀ ਉਹ ਆਪਣੀ ਸਟੇਟ ਦੀ ਸਰਕਾਰ ਨੂੰ ਚਲਾ ਸਕਦੇ ਆ। ਫਿਰ ਇਹ ਫੈਸਲਾ ਲੈ ਗਿਆ ਸੀ ਵੀ ਹਾਂ, ਅਸੀਂ ਆਪਣੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਜਾ ਕੇ ਪਾਰਟਿਸਿਪੇਟ ਕਰਾਂਗੇ। ਅਤੇ ਉੱਥੇ ਅਜੇ ਕਮੇਟੀ, ਅਜੇ MSP ਤੇ ਕਮੇਟੀ ਕੁਝ ਅਜੇ ਗਠਨ ਹੋਇਆ ਨਹੀਂ ਸੀਗਾ ਜਦੋਂ ਬਲਬੀਰ ਸਿੰਘ ਰਾਜੇਵਾਲ ਨੇ ਇਹ ਚੀਜ਼ ਦੀ ਕਾਲ ਦਿੱਤੀ ਕਿ ਆਪਾਂ ਮੋਰਚਾ ਇੱਥੋਂ ਖਤਮ ਕਰਾਂਗੇ, ਅਤੇ ਅਜੇ ਤੱਕ MSP ਤੇ ਕਮੇਟੀ ਨਹੀਂ ਬਣੀ। ਕਈ ਕਿਸਾਨਾਂ ਦਾ ਇਹ ਚੀਜ਼ ਦਾ ਦਾਅਵਾ ਸੀਗਾ ਕਿ ਅਜੇ MSP ਤੇ ਕਮੇਟੀ ਬਣੀ ਨਹੀਂ ਆ, ਅਤੇ ਇਲੈਕਸ਼ਨ ਬਾਰੇ ਕਿੱਦਾਂ ਸੋਚ ਲਿਆ, ਕਿ ਬਹੁਤ ਸਾਰੇ ਸਵਾਲ ਸੀਗੇ ਅਤੇ ਉਠਾਏ ਵੀ ਗਏ ਸੀਗੇ ਤੁਹਾਡੇ 'ਤੇ ਕਿ ਇਹ ਚੀਜ਼ ਇਲੈਕਸ਼ਨ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ, ਇਲੈਕਸ਼ਨ ਦਾ ਬਾਈਕਾਟ ਕਰਨਾ ਚਾਹੀਦਾ। ਹਾਲੇ ਬਹੁਤ ਸਾਰੀ ਜਥੇਬੰਦੀਆਂ ਨੇ ਬਾਈਕਾਟ ਵੀ ਕੀਤਾ ਹੈ, ਅਤੇ ਤੁਹਾਡੀ ਪਾਰਟੀ ਵੱਲੋਂ ਜਿਹੜੀ ਇਲੈਕਸ਼ਨ ਲੜੀ ਗਈ ਸੀਗੀ, ਉਹ ਮਕਸਦ ਕੀ ਸੀਗਾ? ਜਦੋਂ ਕਿ ਆਮ ਜਨਤਾ ਦਾ ਵਰਗ ਇੱਕ ਬਿਆਨ ਸੀਗਾ ਕਿ ਇਹ ਇਲੈਕਸ਼ਨ ਨਹੀਂ ਲੜਨੀ ਚਾਹੀਦੀ। ਜੀ ਇਹ ਦੇਖੋ, ਜਦੋਂ ਆ ਕਮੇਟੀ ਜਿਹੜੀ ਸੀਗੀਆਂ, ਪਹਿਲਾਂ ਤਾਂ ਸਾਰੀਆਂ ਮੰਗਾਂ ਮੰਨ ਗਈ ਸੀ ਸੈਂਟਰ ਸਰਕਾਰ ਵੀ ਆਪਾਂ MSP ਦੇ ਉੱਤੇ ਵੀ ਕਮੇਟੀ ਬਣਾਵਾਂਗੇ, 3 ਤੋਂ 4 ਮਹੀਨੇ ਦੇ ਵਿੱਚ ਉਹਦਾ ਫੈਸਲਾ ਲੈ ਕੇ ਆਵਾਂਗੇ, ਪਰਚੇ ਵੀ ਜਿਹੜੇ ਹੋਏ ਨੇ ਉਹ ਵੀ ਰੱਦ ਕਰਾਂਗੇ, ਹੋਰ ਵੀ ਇੱਦਾਂ ਦੇ ਕਈ ਵਾਅਦੇ ਸੈਂਟਰ ਸਰਕਾਰ ਨੇ ਕੀਤੀ ਸੀ। ਪਰ ਇਹ ਸਰਕਾਰਾਂ ਦੇ ਵਾਅਦੇ ਫਿਰ ਉਹ ਲਾਰਿਆਂ ਦੇ ਵਿੱਚ ਸਾਬਤ ਹੋ ਗਏ ਵੀ ਅਸੀਂ ਵਿਸ਼ਵਾਸ ਕਰਕੇ ਇਹਨਾਂ ਦੇ ਵਾਅਦਿਆਂ ਦੇ ਉੱਤੇ ਉੱਠ ਆਏ। ਪਰ ਜਿਹੜੀ ਇਲੈਕਸ਼ਨ ਲੜਨ ਦੀ ਗੱਲ ਸੀਗੀ, ਉੱਥੋਂ ਤੱਕ ਤੇ ਸਾਰੀਆਂ ਜਥੇਬੰਦੀਆਂ ਸਹਿਮਤ ਸੀ ਵੀ ਮੋਰਚਾ ਲੜਨ ਤੋਂ ਬਾਅਦ, ਇਹਦੇ ਬਾਰੇ ਆ ਕੇ ਖਤਮ ਹੋਣ ਤੋਂ ਬਾਅਦ ਆ ਕੇ ਇਹਦੇ 'ਤੇ ਫੈਸਲਾ ਕਰਾਂਗੇ, ਕਮੇਟੀ ਫੈਸਲਾ ਲਊਗੀ ਵੀ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਸਾਰਿਆਂ ਨੇ ਕਰਨਾ ਕਿ ਨਹੀਂ ਕਰਨਾ। ਉੱਥੇ ਫਿਰ ਕਿਤੇ ਨਾ ਕਿਤੇ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ ਆਪਸ ਦੇ ਵਿੱਚ ਪਾਟਦੀਆਂ ਨਜ਼ਰ ਆਈਆਂ। ਕੁਝ ਜਥੇਬੰਦੀਆਂ ਨੇ ਕਹਿ ਦਿੱਤਾ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ, ਕੁਝ ਨੇ ਕਹਿ ਦਿੱਤਾ ਵੀ ਅਸੀਂ ਇਲੈਕਸ਼ਨ ਲੜਨੀ ਆ, ਕਿਉਂਕਿ ਲੋਕ ਬਦਲਾਅ ਚਾਹੁੰਦੇ ਸੀ। ਅਤੇ ਬਦਲਾਅ ਫਿਰ ਕਿਉਂ ਨਹੀਂ, ਉਹ ਕਿਸਾਨ ਆਗੂ ਉਸ ਪੋਜੀਸ਼ਨ ਦੇ ਵਿੱਚ ਜਾਂ MLA ਬਣ ਕੇ ਕਿਉਂ ਨਹੀਂ ਵਿਧਾਨ ਸਭਾ 'ਚ ਜਾ ਸਕਦੇ? ਕੁਝ ਸਾਡੇ ਆਗੂਆਂ ਦੀ ਇਹ ਵੀ ਇੱਕ ਦੇਖਦੇ ਸੀਗੇ ਵੀ ਸਾਡੇ ਜਿਹੜੇ ਆਗੂ ਹੈਗੇ ਆ ਉਹ ਵੀ ਹੁਣ ਜਿੱਤ ਕੇ ਜਾਣ।
ਉੱਥੋਂ ਆ ਕੇ ਮੈਂ ਫੇਰ ਦੁਹਰਾਨਾ ਕਿ ਆ ਕੇ ਦੋ ਰਾਏ ਹੋ ਗਈਆਂ ਸਾਡੀਆਂ ਜਥੇਬੰਦੀਆਂ, ਕੁਝ ਅਲੱਗ ਹੋ ਗਈਆਂ, ਕੁਝ ਇਲੈਕਸ਼ਨ ਵਾਲੇ ਪਾਸੇ ਚੱਲ ਗਈਆਂ। ਪਰ ਮੈਂ ਕਹਾਂਗਾ ਵੀ ਲੋਕ ਵੀ ਚਾਹੁੰਦੇ ਸੀ ਬਦਲਾਅ ਆਵੇ, ਹਰੇਕ ਕਿਸੇ ਦਾ ਆਪੋ ਆਪਣੀ ਸੋਚ ਆ। ਪਰ ਜੇ ਅਸੀਂ ਲੋਕਾਂ ਨੂੰ ਸਹੀ ਗੱਲ ਲੋਕਾਂ ਦੇ ਵਿੱਚ ਲੈ ਕੇ ਆਉਂਦੇ, ਇਕੱਠੇ ਹੋ ਕੇ ਰਹਿੰਦੇ, ਇਲੈਕਸ਼ਨ ਲੜਦੇ ਤੇ ਉਹਦੇ ਉੱਤੇ ਪੂਰਾ ਆਪਣਾ ਜ਼ੋਰ ਲਾਉਂਦੇ ਲੋਕਾਂ ਨੂੰ। ਅਸੀਂ ਜਦੋਂ ਅਸੀਂ ਵੀ ਆ ਪਿੰਡਾਂ ਦੇ ਵਿੱਚ ਜਾਂਦੇ ਸੀ ਨਾ ਇਲੈਕਸ਼ਨ ਲੜਨ ਤੋਂ ਪਹਿਲਾਂ, ਕਿਉਂਕਿ ਮੈਂ ਵੀ ਇਲੈਕਸ਼ਨ ਲੜੀ ਆ, ਜਦੋਂ ਮੈਂ ਪਿੰਡਾਂ ਵਿੱਚ ਜਾਂਦਾ ਸੀ ਨਾ ਤੇ ਸਾਰੇ ਦੇ ਸਾਰੇ ਇੱਕ ਗੁਰਦੁਆਰਾ ਸਾਹਿਬ ਆਵਾਜ਼ ਦਿੰਦੇ ਸੀ ਔਰ ਸਾਰੇ ਹੀ ਆ ਕੇ ਵਰਗ ਉੱਥੇ ਬੈਠ ਜਾਂਦੇ ਸੀ ਵੀ ਕਿਸਾਨ ਪਾਰਟੀ ਦੇ ਆਗੂ ਆਏ ਨੇ, ਅਸੀਂ ਉਹਨਾਂ ਦੀ ਗੱਲ ਸੁਣਨੀ ਆ। ਪਰ ਹੁਣ ਨਜ਼ਰੀਆ ਥੋੜ੍ਹਾ ਜਿਹਾ ਅਲੱਗ ਹੋ ਗਿਆ, ਹੁਣ ਸਾਨੂੰ ਵੀ ਇੱਕ ਪੋਲੀਟੀਕਲ ਨੁਮਾਇੰਦੇ ਵਜੋਂ ਦੇਖਣ ਲੱਗ ਗਏ ਆ। ਪਰ ਅਸੀਂ ਆਪਣੇ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਵੋਟਾਂ ਸਾਡੇ ਵਾਸਤੇ ਪਹਿਲ ਨਹੀਂ ਹੈਗੀ, ਵੋਟਾਂ ਸਾਡੇ ਵਾਸਤੇ ਮੁੱਖ ਨਹੀਂ ਹੈਗੀਆਂ, ਸਾਡੇ ਵਾਸਤੇ ਸੰਘਰਸ਼ ਪਹਿਲਾਂ ਹੀ ਆ। ਅਸੀਂ ਜਿੱਥੇ ਵੀ ਕਿਤੇ ਤਰਜੀਹ ਦੇਣੀ ਪਈ ਤਾਂ ਸਭ ਤੋਂ ਪਹਿਲਾਂ ਸੰਘਰਸ਼ ਨੂੰ ਦਿਆਂਗੇ, ਨਾ ਕਿ ਵੋਟਾਂ ਨੂੰ ਅੱਗੇ ਰੱਖ ਕੇ ਤੇ ਆਪਣੇ ਲੋਕਾਂ ਦੀ ਆਵਾਜ਼ ਨੂੰ ਚੁੱਕਣਾ ਛੱਡ ਦੇਵਾਂਗੇ। ਤੇ ਉੱਥੇ ਜੇ ਇਹ ਗੱਲ ਪਹਿਲਾਂ ਹੋ ਜਾਂਦੀ ਕਿ ਆਪਾਂ ਇਲੈਕਸ਼ਨ ਨਹੀਂ ਲੜਨੀ ਹੈ ਨਾ, ਕਈ ਜਥੇਬੰਦੀਆਂ ਵੱਲੋਂ ਇਲੈਕਸ਼ਨ ਲੜੀ ਗਈ ਹੈ ਤੇ ਕਈ ਜਥੇਬੰਦੀਆਂ ਵੱਲੋਂ ਬਾਈਕਾਟ ਵੀ ਕੀਤਾ ਗਿਆ ਇਲੈਕਸ਼ਨ ਦਾ, ਹੈ ਨਾ। ਤੇ ਕੀ ਇਲੈਕਸ਼ਨ ਜਦੋਂ ਹੋਈ ਆ ਤੁਹਾਡੇ ਆਪਣੇ ਕਿਸ ਪਾਰਟੀ ਦੇ ਉੱਤੋਂ ਹੋਈ ਹੈ, ਪਹਿਲਾਂ ਤਾਂ ਇਹ ਜਾਣੂ ਕਰਾ ਦਈਏ, ਹੈ ਨਾ, ਕਿਸ ਪਾਰਟੀ ਵੱਲੋਂ ਤੁਸੀਂ ਇਲੈਕਸ਼ਨ ਲੜੀ ਸੀਗੀ, ਪਹਿਲਾਂ ਤਾਂ ਇਹ ਜਥੇਬੰਦੀ ਵੱਲੋਂ ਆਪਾਂ ਜਾਣੂ ਕਰਾ ਦਈਏ, ਫਿਰ ਆਪਾਂ ਤੁਹਾਨੂੰ ਅਗਲਾ ਸਵਾਲ ਪੁੱਛਾਂਗੇ। ਮੈਂ ਇਲੈਕਸ਼ਨ ਲੜੀ ਆ ਜੋ ਗੁਰਨਾਮ ਸਿੰਘ ਚੜੂਨੀ ਜੀ ਨੇ ਪਾਰਟੀ ਬਣਾਈ ਸੀਗੀ, ਸੰਯੁਕਤ ਸੰਘਰਸ਼ ਪਾਰਟੀ, ਕਿਉਂਕਿ ਮੋਰਚੇ ਦੇ ਵਿੱਚ ਵੀ ਗੁਰਨਾਮ ਸਿੰਘ ਚੜੂਨੀ ਜੀ ਦੀ ਅਗਵਾਈ ਦੇ ਵਿੱਚ ਹੀ ਅਸੀਂ ਮੋਰਚੇ ਨੂੰ ਅੱਗੇ ਤੱਕ ਲੈ ਕੇ ਗਏ ਹਾਂ। ਉਸ ਤੋਂ ਪਹਿਲਾਂ ਪੰਜਾਬ ਦੀ ਜਥੇਬੰਦੀਆਂ ਦੇ ਨਾਲ ਵੀ ਆਪਾਂ ਵੱਡਾ ਉਹਨਾਂ ਦਾ ਸਾਥ ਦਿੱਤਾ, ਪਰ ਕੁਝ ਸਾਡੀਆਂ ਨਾਰਾਜ਼ਗੀਆਂ ਆਪਣੇ ਆਗੂਆਂ ਦੇ ਨਾਲ ਹੋ ਗਈਆਂ ਸੀ। ਕੁਝ ਉਹਨਾਂ ਦੇ ਗਲਤ ਫੈਸਲੇ ਸਾਡੇ ਹਿਸਾਬ ਨਾਲ ਲੱਗ ਸਕਦੇ ਵੀ ਉਹਨਾਂ ਨੇ ਸਾਡੇ ਲਈ ਗਲਤ ਫੈਸਲੇ ਲਏ ਆ। ਕੋਈ ਇੱਦਾਂ ਦੇ ਅਸੀਂ ਪ੍ਰੋਗਰਾਮ ਵੀ ਰੱਖੇ ਸੀ, ਆਪਾਂ ਇੱਦਾਂ ਦਾ ਸਟੈਂਡ ਵੀ ਲਿਆ ਸੀ ਜਿੱਥੇ ਸਾਡੇ ਆਗੂਆਂ ਨੇ ਸਾਡੇ ਪਿੱਛੇ ਸਟੈਂਡ ਨਹੀਂ ਲਿਆ ਔਰ ਉੱਥੇ ਗੁਰਨਾਮ ਸਿੰਘ ਚੜੂਨੀ ਜੀ ਨੇ ਸਾਡੇ ਨਾਲ ਸਟੈਂਡ ਲਿਆ ਸੀਗਾ। ਇਹ ਗੱਲ ਮੈਂ ਕਹਿ ਸਕਦਾ ਖੁੱਲ੍ਹ ਕੇ, ਬੇਬਾਕ ਹੋ ਕੇ ਬੋਲ ਸਕਦਾ। ਜੇ ਕਿਤੇ ਕੋਈ ਆਗੂ ਮੈਨੂੰ ਸਵਾਲ ਪੁੱਛੇ ਮੈਂ ਉਹਦਾ ਜਵਾਬ ਵੀ ਦੇਣ ਨੂੰ ਤਿਆਰ ਹਾਂ, ਦੱਸਾਂਗਾ ਵੀ ਕਿੱਥੇ ਕਿਹੜਾ ਆਗੂ ਗਲਤ ਸੀ ਔਰ ਕਿੱਥੇ ਅਸੀਂ ਸਹੀ ਸੀਗੇ। ਇਸ ਕਰਕੇ ਉਹ ਅੰਦੋਲਨ ਦੇ ਵਿੱਚ ਵੀ ਅਸੀਂ ਗੁਰਨਾਮ ਸਿੰਘ ਚੜੂਨੀ ਜੀ ਦੇ ਨਾਲ ਰਹੇ ਹਾਂ ਔਰ ਪਾਰਟੀ ਦੇ ਵਿੱਚ ਵੀ ਜਦੋਂ ਪੋਲੀਟੀਕਲ ਪਾਰਟੀ ਦੀ ਗੱਲ ਵੀ ਆਈ, SSM ਵੀ ਬਣੀ, ਇੱਧਰ SSP ਸੰਯੁਕਤ ਸੰਘਰਸ਼ ਪਾਰਟੀ ਜੋ ਚੜੂਨੀ ਸਾਹਿਬ ਨੇ ਬਣਾਈ ਆ, ਬਟ ਮੈਂ ਉਹਦੇ ਨਾਲ ਹੀ ਸਟੈਂਡ ਕੀਤਾ ਵੀ ਚੜੂਨੀ ਸਾਹਿਬ ਦੇ ਨਾਲ ਹੀ ਰਵਾਂਗਾ ਚਾਹੇ ਜੋ ਮਰਜ਼ੀ ਹੋਵੇ। ਔਰ ਉਹਨਾਂ ਨੇ ਮੈਨੂੰ ਪਾਰਟੀ ਦੇ ਵਿੱਚ ਯੂਥ ਪੰਜਾਬ ਪ੍ਰੈਜ਼ੀਡੈਂਟ ਦਾ ਅਹੁਦਾ ਵੀ ਦਿੱਤਾ ਸੀ ਔਰ ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਰੱਖਿਆ ਤੇ ਗੁਰਦਾਸਪੁਰ ਤੋਂ ਟਿਕਟ ਲੜਨ ਦਾ ਮੌਕਾ ਵੀ ਦਿੱਤਾ। ਤੇ ਬਹੁਤ ਸਾਰੀਆਂ ਜਥੇਬੰਦੀਆਂ ਲਈ ਇਹ ਵੀ ਗੱਲ ਕਹੀ ਗਈ ਸੀ ਕਿ ਹੁਣ ਇਹ ਜ਼ਮਾਨਤ ਜ਼ਬਤ ਕਰਕੇ ਬੈਠ ਗਏ ਆ, ਜੇ ਇਲੈਕਸ਼ਨ ਨਾ ਹੀ ਲੜਦੇ ਤੇ ਇੱਕ ਚਿੰਤਾ ਦਾ ਵਿਸ਼ਾ ਵੀ ਬਣਿਆ ਸੀਗਾ ਕਿ ਬਹੁਤੀਆਂ ਦੀ ਤੇ ਜ਼ਮਾਨਤਾਂ ਜ਼ਬਤ ਹੋਣੀਆਂ ਹੈ। ਬਹੁਤ ਸਾਰੇ ਜਥੇਬੰਦੀਆਂ ਦੇ ਬਿਆਨ ਵੀ ਸੀਗੇ ਕਿ ਇਹ ਇਲੈਕਸ਼ਨ ਨਾ ਲੜਦੀਆਂ ਤੇ ਕਿਤੇ ਨਾ ਕਿਤੇ ਸਾਡਾ ਏਕਾ ਵੀ ਬਣਿਆ ਰਹਿੰਦਾ ਤੇ ਆਪਦੀ ਇਮੇਜ ਸਾਡੀ ਖਰਾਬ ਨਾ ਹੁੰਦੀ, ਜਿਹੜੀ ਅੱਜ ਕਿਸਾਨਾਂ ਵੱਲੋਂ ਜਿਹੜੀ ਇਮੇਜ ਖਰਾਬ ਹੋ ਚੁੱਕੀ ਆ। ਕਿਉਂਕਿ ਬਹੁਤ ਸਾਰੇ ਜਥੇਬੰਦੀਆਂ ਨੇ ਜਦੋਂ ਜਾਂਦੀਆਂ ਨੇ ਉਹ ਇਹ ਚੀਜ਼ 'ਤੇ ਬਿਆਨ ਕਰਦੇ ਤੇ ਲੋਕ ਵੀ ਇਹ ਚੀਜ਼ 'ਤੇ ਕਹਿੰਦੇ ਕਿ ਉਹੀ ਮਤਲਬ ਕਿ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਕੰਪੇਨ ਕੀਤੀ। ਜੇ ਇਲੈਕਸ਼ਨ ਨਾ ਲੜਨੀ ਹੁੰਦੀ ਤੇ ਫਿਰ ਇੱਕ ਆਗੂ ਸਾਡੇ ਨੇ ਮੋਰਚੇ ਦੇ ਵਿੱਚ ਬਹਿ ਕੇ ਨਾ UP ਬਦਲਾਅ ਦੀ ਗੱਲ ਕੀਤੀ ਸੀ ਔਰ ਉੱਥੋਂ ਗੁਰਨਾਮ ਸਿੰਘ ਚੜੂਨੀ ਜੀ ਨੇ ਪੰਜਾਬ ਦੇ ਵਿੱਚ ਬਦਲਾਅ ਦੀ ਗੱਲ ਕੀਤੀ ਵੀ ਅਸੀਂ ਪੰਜਾਬ ਦੀ ਗੱਲ ਕਿਉਂ ਨਹੀਂ ਕਰ ਸਕਦੇ। ਹਾਂ, ਜੇ ਇਲੈਕਸ਼ਨ ਨਹੀਂ ਲੜਨੀ ਸੀ ਤੇ ਜਿੱਦਣ ਅਸੀਂ ਸਿੰਘੂ ਬਾਰਡਰ ਤੋਂ ਉੱਠੇ ਹਾਂ ਉਦੋਂ ਇੱਕ ਬਹਿ ਕੇ ਮਤਾ ਪਾ ਕੇ ਉੱਠਦੇ ਵੀ ਆਪਾਂ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ। ਬਟ ਉੱਥੇ ਉਦੋਂ ਕੀ ਫੈਸਲਾ ਕੀਤਾ ਸੀ ਵੀ ਮੋਰਚਾ ਖਤਮ ਕਰੋ, ਬਾਅਦ ਵਿੱਚ ਜਾ ਕੇ ਸਲਾਹ ਕਰਾਂਗੇ ਵੀ ਪਾਰਟਿਸਿਪੇਟ ਕਰਨਾ ਕਿ ਨਹੀਂ ਕਰਨਾ। ਇਹ ਮੋਰਚਾ ਖਤਮ ਹੋਣ ਤੋਂ ਬਾਅਦ ਰੱਖਿਆ ਗਿਆ। ਉਸ ਤੋਂ ਬਾਅਦ ਜਿਹੜੇ ਬਦਲਾਅ ਲੋਕੀ ਚਾਹੁੰਦੇ ਸੀ, ਜੇ ਅਸੀਂ ਇੱਕ ਹੋ ਕੇ ਤੁਰ ਪੈਂਦੇ ਪੰਜਾਬ ਦੀਆਂ ਇਲੈਕਸ਼ਨ ਵੱਲ ਨੂੰ ਵੀ, ਜੇ ਜ਼ਮਾਨਤਾਂ ਜ਼ਬਤ ਹੋਈਆਂ ਨੇ ਤੇ ਉਹਦੇ ਵਿੱਚ ਸਾਡੇ ਕੈਂਡੀਡੇਟ ਗੁਨੇਗਾਰ ਨਹੀਂ ਹੈਗੇ, ਉਹਦੇ ਵਿੱਚ ਸਾਡੇ ਆਗੂ ਵੀ ਗੁਨੇਗਾਰ ਨੇ। ਕਿਉਂਕਿ ਮੈਨੂੰ ਇਸ ਗੱਲ ਦਾ ਵੀ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਆ। ਬਹੁਤੇ ਆਗੂ ਜਥੇਬੰਦੀਆਂ ਦੇ ਜਿਹੜੇ ਚਾਹੇ SSM ਦੇ ਨਾਲ ਵੀ ਰਹੇ ਨੇ ਜਾਂ SKM ਦੇ ਵਿੱਚ ਵੀ ਹੋਣ ਨੇ, ਉਹਨਾਂ ਦੇ ਨੁਮਾਇੰਦੇ ਅਸੀਂ ਦੂਜੀਆਂ ਰਵਾਇਤੀ ਪਾਰਟੀਆਂ ਦੀਆਂ ਕੰਪੇਨਿੰਗ ਕਰਦੇ ਦੇਖੇ ਨੇ, ਉਹਨਾਂ ਦੀਆਂ ਸਟੇਜਾਂ ਉੱਤੇ ਜਾਂਦੇ ਵੇਖੇ ਨੇ। ਤੇ ਫਿਰ ਉਹ ਬਦਲਾਅ ਅਸੀਂ ਆਪਣੀ ਝੋਲੀ ਕਿਉਂ ਨਹੀਂ ਸੀ ਪਾ ਸਕਦੇ? ਅਸੀਂ ਬਦਲਾਅ ਦੂਜੇ ਦੀ ਝੋਲੀ 'ਚ ਪਾਉਣ ਦੇ ਵਿੱਚ ਕਿਉਂ ਇੰਨਾ ਜ਼ੋਰ ਲਾਤਾ? ਆਪਣੇ ਅਸੀਂ ਜਿਹੜੇ ਕਿਸਾਨ ਕੈਂਡੀਡੇਟ ਸੀ ਉਹਨਾਂ ਨੂੰ ਅਸੀਂ ਇਸ ਯੋਗ ਨਹੀਂ ਸਮਝਿਆ ਕਿ ਉਹ ਦੂਜੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਸਾਨੂੰ ਕੀ ਇੱਦਾਂ ਦਾ ਦੇ ਦਿੱਤਾ
ਕਿ ਅਸੀਂ ਉਹਨਾਂ ਵੱਲ ਝੁਕਾਅ ਕਰਨਾ ਸ਼ੁਰੂ ਕਰਤਾ ਔਰ ਆਪਣਿਆਂ ਨੂੰ ਭੁੱਲ ਗਏ ਜਿਨ੍ਹਾਂ ਨੇ ਲੜਨ ਮਰਨ ਦੀ ਇੱਕ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਹਾਂ ਉੱਥੇ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਆ ਕੇ ਸਾਨੂੰ ਚੇਤਾ ਆਉਣ ਲੱਗ ਗਿਆ ਫਿਰ ਦੁਬਾਰਾ ਵੀ ਮੈਂ ਤੇ ਇਸ ਪਾਰਟੀ ਦੇ ਨਾਲ ਜੁੜਿਆ, ਮੈਂ ਤੇ ਫਲਾਣੇ ਕੋ ਕੰਮ ਲਏ ਨੇ, ਮੈਂ ਹੁਣ ਉਹਨੂੰ ਕਿੱਦਾਂ ਛੱਡ ਦਿਆਂ, ਜਾਂ ਮੈਂ ਤੇ ਆਮ ਪਾਰਟੀ ਦੀ ਨਹੀਂ ਕੰਪੇਨ ਕਰਾਂਗਾ। ਪਰ ਮੈਂ ਕਿਸਾਨ ਪਾਰਟੀ ਵਾਲਿਆਂ ਦੇ ਸਟੈਂਡ ਗਲਤ ਲੈ ਗਿਆ। ਪਰ ਜਿਹੜੀਆਂ ਵੋਟਾਂ ਪਾਈਆਂ ਨੇ ਉਹ ਪਾਈਆਂ ਕਿਹਨੂੰ ਨੇ? ਪਾਈਆਂ ਤੇ ਸਾਡੇ ਉਹ ਜਿਹੜੇ ਸੰਘਰਸ਼ ਲੜਨ ਗਏ ਸੀ ਆਗੂ ਸੀ, ਉਹਨਾਂ ਨੇ ਵੀ ਕਿਤੇ ਕਿਤੇ ਨੇ ਵੋਟਾਂ ਪਾਈਆਂ ਨੇ। ਉਹ ਕਿਹਨੂੰ ਪਾਈਆਂ? ਆਮ ਪਾਰਟੀ ਨੂੰ ਪਾਤੀਆਂ ਜਾਂ ਫਿਰ ਕਾਂਗਰਸ ਅਕਾਲੀ ਨੂੰ ਪਾਤੀਆਂ, ਜਿਨ੍ਹਾਂ ਨੇ ਸਾਨੂੰ ਸੜਕਾਂ 'ਤੇ ਬਹਿਣ ਵਾਸਤੇ ਮਜਬੂਰ ਕਰ ਦਿੱਤਾ, ਜਿਨ੍ਹਾਂ ਦੇ ਕਰਕੇ ਸਾਡੇ 750 ਤੋਂ ਵੱਧ ਕਿਸਾਨ ਭਰਾ ਸ਼ਹੀਦ ਹੋ ਗਏ, ਜਿਨ੍ਹਾਂ ਦੇ ਕਰਕੇ ਸਾਡੇ ਪੰਜਾਬ ਦਾ ਇੰਨਾ ਨੁਕਸਾਨ ਹੋ ਗਿਆ, ਕਈ ਐਕਸੀਡੈਂਟਾਂ ਦੇ ਵਿੱਚ ਨਕਾਰੇ ਗਏ, ਕਈ ਹੋਰ ਆਰਥਿਕ ਮੰਦੀ ਕਰਕੇ ਹੁਣ ਆ ਕੇ ਸੁਸਾਈਡ ਕਰ ਗਏ ਨੇ। ਇਹਨਾਂ ਦਾ ਬੜੀਆਂ ਗੱਲਾਂ ਜੀ ਇੱਦਾਂ ਦੀਆਂ ਨੇ ਵੀ ਜੇ ਸਵਾਲ ਚੁੱਕਣੇ ਸ਼ੁਰੂ ਕਰੀਏ ਤੇ ਫਿਰ ਲੜਾਈ ਬੜੀ ਲੰਬੀ ਹੋਈ ਨਹੀਂ ਔਰ ਆਪਣਿਆਂ ਦੇ ਵਿੱਚ ਸ਼ੁਰੂ ਹੋ ਜਾਊਗੀ। ਪਰ ਹਰੇਕ ਮੈਂ ਬੰਦੇ ਉਸ ਨੂੰ ਕਹਿਣਾ ਕਿ ਜਿਹੜਾ ਸੰਘਰਸ਼ ਵਿੱਚ ਗਿਆ ਸੀਗਾ ਉਹ ਘੱਟੋ ਘੱਟ ਇੱਕ ਵਾਰੀ ਆਪਣੇ ਆਪ ਨੂੰ ਸਵਾਲ ਪੁੱਛ ਕੇ ਕੀਤੇ ਵੀ ਕੀ ਪੁੱਛੇ ਆਪਣੇ ਆਪ ਨੂੰ ਵੀ ਕੀ ਮੈਂ ਰਵਾਇਤੀ ਪਾਰਟੀ ਨੂੰ ਵੋਟ ਪਾ ਕੇ ਜਾਂ ਉਹਨਾਂ ਦਾ ਦੁਬਾਰਾ ਸਾਥ ਦੇ ਕੇ ਸਹੀ ਕੀਤਾ? ਕਿਉਂ ਅਸੀਂ ਆਪਣੀ ਕਿਸਾਨ ਜੇ ਨੁਮਾਇੰਦੇ ਇਲੈਕਸ਼ਨਾਂ ਵਿੱਚ ਖੜੇ ਸੀ ਉਹਨਾਂ ਦੀ ਹੋਂਦ ਵਾਸਤੇ ਲੜਾਈ ਕਿਉਂ ਨਹੀਂ ਲੜੀ? ਭਾਵੇਂ ਅਸੀਂ ਜਿੱਤ ਨਹੀਂ ਸੀ ਸਕਦੇ, ਜਿੰਨੀ ਹਵਾ ਸੀਗੀ ਅਸੀਂ ਜਿੱਤ ਵੀ ਸਕਦੇ ਸੀ ਚੰਗੇ ਤਰੀਕੇ ਨਾਲ ਕਰੀਏ। ਬੀਜੇਪੀ ਨੇ ਪਹਿਲੀ ਵਾਰੀ ਇਲੈਕਸ਼ਨ ਲੜੀ, ਕਿਸਾਨ ਪਾਰਟੀ ਨੇ ਪਹਿਲੀ ਵਾਰੀ ਇਲੈਕਸ਼ਨ ਲੜੀ ਔਰ ਬੀਜੇਪੀ ਨੂੰ ਪੰਜਾਬ ਦੇ ਵਿੱਚ 7% ਵੋਟਾਂ ਪੈ ਗਈਆਂ ਔਰ ਸਾਡੇ ਹਲਕੇ ਦੇ ਵਿੱਚ 12 ਤੋਂ 13,000 ਵੋਟ ਬੀਜੇਪੀ ਦੀ ਨਿਕਲ ਆਈ ਆ ਔਰ ਮੇਰੀ ਨਿਕਲੀ ਸਿਰਫ 2400। ਔਰ ਜਿਸ ਨੁਮਾਇੰਦੇ ਦੇ ਵਜੋਂ ਆਮ ਪਾਰਟੀ ਦੇ ਨੁਮਾਇੰਦੇ ਨੂੰ ਇੱਥੇ ਕਹਿੰਦੇ ਕੀ ਸੀਗਾ ਵੀ ਇਹਦਾ ਤਾਂ ਬੜਾ ਹੀ ਮਾੜਾ ਕਰੈਕਟਰ ਆ, ਇਹਨਾਂ ਦੇ ਤੇ ਪੁਰਾਣਾ ਪਿਛੋਕੜ ਫੋਲ ਕੇ ਵੇਖ ਲਓ, ਆਹ ਗਲਤੀਆਂ ਕੀਤੀਆਂ, ਲੋਕਾਂ ਦਾ ਕਦੀ ਸਾਥ ਨਹੀਂ ਦਿੱਤਾ, ਉਹਨਾਂ ਨੂੰ ਅਸੀਂ ਬਦਲਾਅ ਦੀ ਵੋਟ ਦੇ ਵਿੱਚ 22,000 ਲੈਣ ਦੀ। ਤੇ ਕਿਉਂ ਨਾ ਜੇ ਉਹੀ ਸਾਡੇ ਆਗੂ ਕਿਸਾਨੀ ਨੂੰ ਵੋਟ ਪਾ ਦਿੰਦੇ ਤੇ ਸਾਡਾ ਵੋਟ ਬੈਂਕ ਪਰਸੈਂਟੇਜ ਕਿੱਥੇ ਜਾਣੀ ਸੀ? ਇੱਕ ਪਤਾ ਲੱਗਣਾ ਸੀਗਾ ਵੀ ਕਿੰਨੀ ਪਰਸੈਂਟੇਜ ਵੋਟ ਹੈਗੀ ਆ। ਬਟ ਅਸੀਂ ਉਸ ਗੱਲਾਂ ਦੇ ਵਿੱਚ ਫੇਲ ਰਹੇ ਹਾਂ ਔਰ ਸਾਡੇ ਲੋਕਾਂ ਨੇ ਵੀ ਸੋਚਿਆ ਨਹੀਂ, ਸਿਰਫ ਹਵਾ ਨੂੰ ਵੇਖਦੇ ਰਹੇ ਵੀ ਨਹੀਂ ਇਹ ਐਤਕਾਂ ਜਿੱਤਣਾ ਨਹੀਂ, ਵੋਟ ਪਾਉਣ ਦਾ ਫਾਇਦਾ ਕੋਈ ਨਹੀਂ ਹੋਣਾ। ਪਰ ਵੋਟ ਹਮੇਸ਼ਾ ਹੋਂਦ ਬਚਾਉਣ ਵਾਸਤੇ ਕਰਨੀ ਚਾਹੀਦੀ ਆ, ਨਾ ਕਿ ਹਵਾ ਨੂੰ ਵੇਖ ਕੇ।